ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 330 ਤੋਂ ਲੈ ਕੇ 331 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ। ਵਾਹਿਗੁਰੂ ਜੀ। ਰਾਗ ਗੌੜੀ ਗੁਆਰੇਰੀ ਅਸ਼ਟਪਦੀ ਕਬੀਰ ਜੀ ਕੀ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੁਖ ਮੰਗਤ ਦੁਖ ਆਗੈ ਆਵੈ, ਸੋ ਸੁਖ ਹਮੋ ਨ ਮੰਗਿਆ ਪਾਵੈ। ਬਿਖਿਆ ਅਜੋ ਸੁਰਤ ਸੁਖ ਆਸਾ, ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ। ਰਹਾਓ। ਹਾਂਜੀ ਸੰਗਤ ਜੀ, ਭਗਤ ਕਬੀਰ ਜੀ ਕਹਿੰਦੇ ਨੇ ਕਿ ਜਿਹੜਾ ਅਸੀਂ ਸੁੱਖ ਮੰਗਦੇ ਹਾਂ, ਉਹ ਸੁੱਖ ਮੰਗਣ ਦੇ ਨਾਲ ਦੁੱਖ ਪਹਿਲਾਂ ਆ ਜਾਂਦੇ ਨੇ। ਕਹਿੰਦੇ ਫਿਰ ਜੇ ਇਹੋ ਜਿਹੀ ਗੱਲ ਆ, ਜਿਹੜਾ ਸੁੱਖ ਅਸੀਂ ਮੰਗਦੇ ਹਾਂ ਉਹ ਮੰਗਿਆਂ ਦੁੱਖ ਪਹਿਲਾਂ ਆ ਜਾਂਦੇ ਨੇ, ਫਿਰ ਤਾਂ ਸਾਨੂੰ ਇਹ ਸੁੱਖ ਮੰਗਣਾ ਠੀਕ ਹੀ ਨਹੀਂ ਹੈ ਸਾਡੇ ਲਈ। ਕਹਿੰਦੇ ਵੀ ਜੇ ਅਜੇ ਤੱਕ ਜੀਵ ਤੂੰ ਮਾਇਆ ਦੇ ਵਿੱਚੋਂ ਹੀ ਸੁੱਖਾਂ ਦੀ ਆਸ ਕਰਦਾ, ਫਿਰ ਕਹਿੰਦੇ ਕਿਵੇਂ ਤੇਰੇ ਹਿਰਦੇ ਵਿੱਚ ਪਰਮਾਤਮਾ ਦਾ ਨਿਵਾਸ ਹੋਊਗਾ, ਜੇ ਅਜੇ ਤੱਕ ਤੈਨੂੰ ਪਤਾ ਨਹੀਂ ਲੱਗਿਆ ਕਿ ਸੁੱਖ ਕਿੱਥੋਂ ਮਿਲਣਾ ਕਿੱਥੋਂ? ਪਰਮਾਤਮਾ ਤੋਂ, ਮਾਇਆ ਤੋਂ ਨਹੀਂ। ਇਸ ਸੁਖ ਤੇ ਸਿਵ ਬ੍ਰਹਮ ਡਰਾਨਾ, ਸੋ ਸੁਖ ਹਮੋ ਸਾਚ ਕਰ ਜਾਨਾ। ਕਹਿੰਦੇ ਜਿਹੜੇ ਇਹ ਸੁੱਖ ਆ ਵੀ ਮਾਇਆ ਦਾ ਸੁੱਖ, ਇਹਦੇ ਤੋਂ ਤਾਂ ਕਹਿੰਦੇ ਸ਼ਿਵ ਜੀ ਤੇ ਬ੍ਰਹਮਾ ਵੀ ਡਰਦੇ ਸੀਗੇ ਵੀ ਉਹਨਾਂ ਵੀ ਮਾਇਆ ਦੇ ਵਿੱਚੋਂ ਸੁੱਖ ਨਹੀਂ ਲੱਭਿਆ। ਕਹਿੰਦੇ ਆਪਾਂ ਨੂੰ ਕਿੱਥੇ, ਕਹਿੰਦੇ ਵੀ ਇਹਦੇ ਤੋਂ ਸੁੱਖ ਮਿਲ ਜੂ। ਕਿਵੇਂ? ਅਸੀਂ ਉਹਨੂੰ ਸੱਚ ਕਰਕੇ ਮੰਨ ਲਿਆ ਵੀ ਜਿਹੜਾ ਮਾਇਆ ਸੁੱਖ ਦਿੰਦੀ ਆ ਉਹ ਸੱਚਾ ਹੈ, ਵੀ ਮਾਇਆ ਤੋਂ ਕੋਈ ਸੁੱਖ ਸੱਚਾ ਮਿਲ ਜੂਗਾ। ਸਨਕਾਦਿਕ ਨਾਰਦ ਮੁਨ ਸੇਖਾ, ਤਿਨ ਵੀ ਤਨ ਮਹਿ ਮਨ ਨਹੀਂ ਪੇਖਾ। ਬ੍ਰਹਮਾ ਦੇ 4 ਪੁੱਤਰ ਮੰਨੇ ਜਾਂਦੇ ਨੇ, ਸਨਕਾਦਿਕ, ਨਾਰਦ ਮੁਨੀ ਤੇ ਸ਼ੇਸ਼ਨਾਗ। ਕਹਿੰਦੇ ਉਹਨਾਂ ਨੇ ਵੀ ਆਪਣੇ ਸਰੀਰ ਦੇ ਵਿੱਚ ਆਤਮਾ ਨੂੰ ਨਹੀਂ ਪਹਿਚਾਣਿਆ। ਮਨ ਆਤਮਾ ਲਈ ਵੀ ਕਿਹਾ ਜਾਂਦਾ, ਕਿਉਂਕਿ ਮਨ ਵੀ ਉਹੀ ਚੀਜ਼ ਆ, ਆਤਮਾ ਵੀ ਉਹੀ ਚੀਜ਼ ਆ। ਇਹ ਸਾਰੇ ਬੜੀਆਂ ਭੇਦ ਵਾਲੀਆਂ ਚੀਜ਼ਾਂ ਨੇ ਸੰਗਤ ਜੀ। ਅਸਲ ਦੇ ਵਿੱਚ ਇਹਨਾਂ ਬਾਰੇ ਕੋਈ ਦੱਸ ਹੀ ਨਹੀਂ ਸਕਦਾ। ਜਦੋਂ ਕਿਸੇ ਦਾ ਪਰਮਾਤਮਾ ਦੇ ਨਾਲ ਕੋਈ ਅਭੇਦ ਹੋ ਗਿਆ ਫੇਰ ਹੀ ਦੱਸ ਸਕਦਾ। ਅਭੇਦਤਾ ਤੋਂ ਬਿਨਾਂ ਕੋਈ ਦੱਸ ਨਹੀਂ ਸਕਦਾ ਕਿ ਮਨ ਤੇ ਆਤਮਾ 'ਚ ਕੀ ਫਰਕ ਆ, ਜਾਂ ਮਨ ਤੇ ਆਤਮਾ ਇੱਕ ਚੀਜ਼ ਆ। ਅਸੀਂ ਸਾਰੇ ਗੱਲਾਂ ਕਰਦੇ ਹਾਂ, ਵਿਦਵਾਨ ਵੀਰ ਭੈਣਾਂ ਨੇ ਜਿਸ ਤਰ੍ਹਾਂ ਵੀ ਸਾਨੂੰ ਸਮਝਾਇਆ, ਜਾਂ ਪਰਮਾਤਮਾ ਤੋਂ ਮਤਲਬ ਜਿੰਨੀ ਕੁ ਸੋਝੀ, ਮਤਲਬ ਉਹ ਵਾਲੀ ਤਾਂ ਨਹੀਂ, ਅਤੇ ਜਿੰਨੀ ਕੁ ਥੋੜ੍ਹੀ ਮੋਟੀ, ਉਸ ਹਿਸਾਬ ਨਾਲ ਅਸੀਂ ਗੱਲਾਂ ਕਰਦੇ ਹਾਂ, ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਅਸਲ 'ਚ ਇਹ ਜਿਹੜੀਆਂ ਚੀਜ਼ਾਂ ਨੇ ਇਹ ਭੇਦ ਪਰਮਾਤਮਾ ਨੂੰ ਹੀ ਪਤਾ ਨੇ। ਕਹਿੰਦੇ ਉਹਨਾਂ ਨੇ ਵੀ ਸਰੀਰ ਦੇ ਵਿੱਚ ਆਪਣੇ ਮਨ ਦੀ ਅਸਲੀਅਤ ਨੂੰ ਨਹੀਂ ਲੱਭਿਆ। ਜਿਹੜੇ ਬ੍ਰਹਮਾ ਦੇ 4 ਪੁੱਤਰ ਕਹੇ ਦੱਸੇ ਜਾਂਦੇ ਨੇ। ਇਸ ਮਨ ਕੋ ਕੋਈ ਖੋਜੋ ਪਾਈ, ਤਨ ਛੂਟੇ ਮਨ ਕਹਾਂ ਸਮਾਈ। ਕਹਿੰਦੇ ਭਾਈ ਕੋਈ ਇਸ ਮਨ ਦੀ ਖੋਜ ਕਰਕੇ ਦੇਖੇ, ਵਿਚਾਰ ਕਰੇ ਵੀ ਜਦੋਂ ਸਰੀਰ ਇਨਸਾਨ ਦਾ ਖਤਮ ਹੋ ਜਾਂਦਾ ਤਾਂ ਫਿਰ ਇਹ ਮਨ ਕਿੱਥੇ ਜਾਂਦਾ ਜੋ ਹੁਣ ਇਸ ਸਰੀਰ ਨੂੰ ਭਜਾਈ ਫਿਰਦਾ। ਗੁਰ ਪ੍ਰਸਾਦੀ ਜੈ ਦਿਓ ਨਾਮਾ, ਭਗਤ ਕੈ ਪ੍ਰੇਮ ਇਨ ਹੀ ਹੈ ਜਾਨਾ। ਫਿਰ ਦੱਸਦੀ ਨਾ ਭੇਦ ਦੀ ਗੱਲ ਆਪੇ ਹੀ ਕਬੀਰ ਜੀ ਨੇ। ਕਹਿੰਦੇ ਵੀ ਗੁਰੂ ਦੀ ਕਿਰਪਾ ਦੇ ਨਾਲ ਭਗਤ ਜੈਦੇਵ ਹੋਏ ਨੇ ਤੇ ਭਗਤ ਨਾਮਦੇਵ ਹੋਏ ਨੇ। ਕਹਿੰਦੇ ਵੀ ਇਹਨਾਂ ਨੂੰ ਭਗਤੀ ਨਾਲ ਇੰਨਾ ਪ੍ਰੇਮ ਸੀ ਵੀ ਇਹਨਾਂ ਨੇ ਇਹ ਭੇਦ ਸਮਝ ਲਿਆ। ਕਿਹੜਾ ਭੇਦ? ਵੀ ਜਦੋਂ ਤਨ ਛੁੱਟਦਾ ਤਾਂ ਮਨ ਕਿੱਥੇ ਸਮਾਉਂਦਾ, ਉਹ ਇਹਨਾਂ ਭਗਤਾਂ ਨੇ ਸਮਝ ਲਿਆ। ਸਮਝ ਕਬੀਰ ਜੀ ਵੀ ਗਏ, ਪਰ ਮਤਲਬ ਹੁਣ ਆਪਾਂ ਨੂੰ ਇਹਨਾਂ ਰਾਹੀਂ ਦੱਸ ਰਹੇ ਨੇ, ਕਿਉਂਕਿ ਕਬੀਰ ਜੀ ਵੀ ਪਹੁੰਚ ਗਏ ਸੀਗੇ। ਜਿਹੜੇ ਪਹੁੰਚੇ ਨੇ ਉਹਨਾਂ ਦੀ ਬਾਣੀ ਆ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ। ਵਾਹਿਗੁਰੂ ਜੀ, ਵਾਹਿਗੁਰੂ ਜੀ, ਸੱਚੇ ਪਾਤਸ਼ਾਹ ਜੀ। ਇਸ ਮਨ ਕੋ ਨਹੀਂ ਆਵਨ ਜਾਨਾ, ਜਿਸ ਕਾ ਪਰਮ ਗਿਆ ਤਿਨ ਸਾਚ ਪਛਾਨਾ।
ਕਹਿੰਦੇ ਜਿਹੜਾ ਇਹ ਮਨ ਆ ਇਹ ਤਾਂ ਵੀ ਸਥਿਰ ਆ, ਇਹਦਾ ਕੋਈ ਆਉਣ ਜਾਣ ਨਹੀਂ, ਕਿਉਂਕਿ ਮਨ ਰਾਮ ਦੀ ਅੰਸ਼ ਆ। ਫਿਰ ਕਹਿੰਦੇ ਇਹਦਾ ਉਸ ਨੂੰ ਪਤਾ ਲੱਗਦਾ ਜਿਹਦਾ ਕਹਿੰਦੇ ਭਰਮ ਖਤਮ ਹੋ ਗਿਆ, ਵੀ ਜਿਹੜਾ ਇਹ ਮਨ ਆ ਇਹ ਤਾਂ ਆਤਮਾ ਅਮਰ ਆ, ਵੀ ਇਹ ਭੇਦ ਜਿਹਦਾ ਭਰਮ ਟੁੱਟ ਗਿਆ ਨਾ ਦੋਈ ਦਾ, ਵੀ ਪਰਮਾਤਮਾ ਹੋਰ ਆ ਤੇ ਜੀਵ ਹੋਰ ਆ, ਫਿਰ ਉਹਨੂੰ ਇਸ ਗੱਲ ਦੀ ਸਮਝ ਲੱਗਦੀ ਆ। ਇਸ ਮਨ ਕੋ ਰੂਪ ਨ ਰੇਖਿਆ ਕਾਈ, ਹੁਕਮੇ ਹੋਇਆ ਹੁਕਮ ਬੂਝ ਸਮਾਈ। ਜਿਸ ਤਰ੍ਹਾਂ ਪਰਮਾਤਮਾ ਦਾ ਕੋਈ ਰੂਪ ਰੇਖ ਨਹੀਂ ਗਾ, ਇਸ ਤਰ੍ਹਾਂ ਹੀ ਕਹਿੰਦੇ ਵੀ ਇਸ ਮਨ ਦੀ ਵੀ ਰੂਪ ਰੇਖਾ ਨਹੀਂ ਕੋਈ ਹੈਗੀ। ਇਹ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਜਨਮ ਲੈਂਦਾ ਜੀਵ ਦੇ ਵਿੱਚ, ਤੇ ਹੁਕਮ ਦੇ ਅਨੁਸਾਰ ਹੀ ਫਿਰ ਪਰਮਾਤਮਾ 'ਚ ਫਿਰ ਸਮਾ ਜਾਂਦਾ। ਇਸ ਮਨ ਕਾ ਕੋਈ ਜਾਣੈ ਪਿਓ, ਇਹ ਮਨ ਲੀਨ ਪਏ ਸੁਖ ਦਿਓ। ਕਹਿੰਦੇ ਇਸ ਮਨ ਬਾਰੇ ਕੋਈ ਜੇ ਭੇਦ ਨੂੰ ਸਮਝ ਸਕਦਾ ਨਾ, ਉਹ ਸਮਝ ਲੈਂਦਾ ਵੀ ਜਿਹੜਾ ਇਹ ਮਨ ਆ ਇਹ ਪਰਮਾਤਮਾ 'ਚ ਹੀ ਸਮਾ ਜਾਂਦਾ। ਆਤਮਾ ਪਰਮਾਤਮਾ ਦੀ ਅੰਸ਼ ਆ, ਆਤਮਾ 'ਚੋਂ ਪਰਮਾਤਮਾ 'ਚੋਂ ਆਉਂਦੀ ਆ, ਉਹਦੇ 'ਚ ਹੀ ਸਮਾ ਜਾਂਦੀ ਹੈ। ਵਾਹਿਗੁਰੂ ਜੀ। ਤੇ ਫਿਰ ਉਹ ਜਿਹੜਾ ਮਤਲਬ ਕਹਿੰਦੇ ਇਸ ਭੇਦ ਨੂੰ ਸਮਝ ਲੈਂਦਾ ਨਾ, ਉਹ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ। ਜਿਉ ਏਕ ਅਰ ਸਗਲ ਸਰੀਰਾ, ਇਸ ਮਨ ਕੋ ਰਬ ਰਹੇ ਕਬੀਰਾ। ਕਹਿੰਦੇ ਜਿਹੜਾ ਇਹ ਜਿੰਦ ਆ ਸਾਡੀ, ਉਹ ਇੱਕ ਪ੍ਰਭੂ ਤੋਂ ਆਉਂਦੀ ਆ, ਇੱਕ ਹੈਗੀ ਆ। ਸਾਰੇ ਸਰੀਰਾਂ ਦੇ ਵਿੱਚ ਉਹੀ ਜਿੰਦ ਪਰਮਾਤਮਾ ਨੇ ਪਾਈ ਹੋਈ ਆ, ਆਪਣੀ ਜੋਤ। ਕਹਿੰਦੇ ਕਬੀਰ ਉਸ ਮਨ ਦਾ ਜੋ ਪਰਮੇਸ਼ਰ ਦਾ ਹੀ ਕਹਿੰਦੇ ਰੂਪ ਹੈਗਾ, ਉਹਨੂੰ ਹੀ ਕਹਿੰਦਾ, ਉਹਦਾ ਹੀ ਸਿਮਰਨ ਕਰ ਰਿਹਾ। ਗੌੜੀ ਗੁਆਰੇਰੀ ਅਹਨਸ ਏਕ ਨਾਮ ਜੋ ਜਾਗੇ, ਕੇਤਕ ਸਿੱਧ ਪਏ ਲਿਵ ਲਾਗੇ ਰਹਾਓ। ਕਹਿੰਦੇ ਜੋ ਹਰ ਵਕਤ ਹਰ ਦਿਨ ਰਾਤ ਕਹਿੰਦੇ ਪਰਮਾਤਮਾ ਦਾ ਨਾਂ ਜਪਦਾ, ਕਹਿੰਦੇ ਉਹ ਫਿਰ ਮਾਇਆ ਵੱਲੋਂ ਸੁਚੇਤ ਰਹਿੰਦੇ ਨੇ, ਉਹਨਾਂ ਨੂੰ ਜ਼ਿੰਦਗੀ ਦੀ ਅਸਲੀਅਤ ਸਮਝ ਲੱਗ ਜਾਂਦੀ ਆ। ਕਹਿੰਦੇ ਬਹੁਤ ਇਸ ਤਰ੍ਹਾਂ ਦੇ ਕਹਿੰਦੇ ਪੁੱਜੇ ਹੋਏ ਸਿੱਧ ਨੇ ਜਿਹੜੇ ਪਰਮਾਤਮਾ ਦੇ ਵਿੱਚ ਲਿਵ ਲਾਈ ਬੈਠੇ ਨੇ। ਰਹਾਓ ਸਾਧਕ ਸਿੱਧ ਸਗਲ ਮੁਨਹਾਰੇ, ਏਕ ਨਾਮ ਕਲਪਤਰ ਤਾਰੇ। ਸਾਧਕ ਸਿੱਧ ਸਗਲ ਮੁਨਹਾਰੇ, ਏਕ ਨਾਮ ਕਲਿਪਤਰ ਤਾਰੇ। ਕਹਿੰਦੇ ਜਿੰਨੀ ਵੀ ਕੋਈ ਆਪਣੀ ਸਿੱਧੀਆਂ ਕਰ ਸਕੀਏ ਜਾਂ ਸਿੱਧ ਕਰ ਸਕੇ ਨੇ, ਮੁਨੀ ਬਣ ਗਏ ਨੇ, ਕਹਿੰਦੇ ਸਾਰੇ ਆਪਣੇ ਮਨ ਨੂੰ ਕਹਿੰਦੇ ਨਹੀਂ ਮਾਰ ਸਕੇ। ਉਹਨਾਂ ਨੇ ਆਪਣੇ ਮਨ ਨੂੰ ਨਹੀਂ ਜਿੱਤ ਸਕੇ, ਕਹਿੰਦੇ ਹਾਰ ਗਏ ਨੇ। ਕਹਿੰਦੇ ਇੱਕ ਪਰਮਾਤਮਾ ਦਾ ਨਾਮ ਆ ਜਿਹੜਾ ਕਹਿੰਦੇ ਇੱਕ ਇੱਛਾ ਪੂਰੀ ਕਰਨ ਵਾਲਾ ਕਲਪ ਦਰਖਤ ਆ। ਇਹ ਸਵਰਗ ਦਾ ਦਰਖਤ ਮੰਨਿਆ ਜਾਂਦਾ, ਵੀ ਇਹਦੇ ਹੇਠਾਂ ਜਿਹੜਾ ਕੋਈ ਜਾਂਦਾ ਉਹ ਆਪਣੀ ਇੱਛਾ ਪੂਰੀ ਕਰ ਲੈਂਦਾ। ਕਹਿੰਦੇ ਨਾਮ ਇਸ ਤਰ੍ਹਾਂ ਦਾ ਸਾਡੀਆਂ ਇਹ ਸਾਰੀਆਂ ਇੱਛਾ ਪੂਰੀਆਂ ਕਰਨ ਵਾਲਾ ਇੱਕ ਹੈਗਾ, ਜਿਵੇਂ ਰੁੱਖ। ਕਹਿੰਦੇ ਉਹ ਜਪਿਆਂ ਸਾਰੇ ਤਰ ਜਾਂਦੇ ਨੇ, ਉਹਦੇ ਨਾ ਹੀ ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਨੇ, ਇੱਛਾ ਉੱਠਦੀਆਂ ਹੀ ਨਹੀਂ ਆ। ਜੋ ਹਰ ਹਰੇ ਸੋ ਹੋ ਨ ਆਨਾ, ਕਹੇ ਕਬੀਰ ਰਾਮ ਨਾਮ ਪਛਾਨਾ। ਜੋ ਹਰ ਹਰੇ ਸੋ ਹੋ ਨ ਆਨਾ, ਕਹੇ ਕਬੀਰ ਰਾਮ ਨਾਮ ਪਛਾਨਾ। ਕਹਿੰਦੇ ਜਿਹੜਾ ਹੋਰ ਸਭ ਨੂੰ ਛੱਡ ਕੇ ਉਸ ਇੱਕ ਪਰਮਾਤਮਾ ਦਾ ਹੋ ਜਾਂਦਾ, ਪਰਮਾਤਮਾ ਦਾ ਨਾਂ ਪਛਾਣ ਲੈਂਦਾ, ਕਹਿੰਦੇ ਉਹੀ ਕਹਿੰਦੇ ਇਸ ਜੀਵਨ ਨੂੰ ਤਰ ਜਾਂਦਾ। ਕਹਿੰਦੇ ਉਹਦਾ ਨਾਮ ਜਪਿਆ ਹੀ ਇਸ ਜੀਵਨ ਨੂੰ ਤਰਿਆ ਜਾ ਸਕਦਾ, ਉਹਦਾ ਪਰਮਾਤਮਾ ਦਾ ਹੋਇਆ ਹੀ। ਗੌੜੀ ਵੀ ਸੋਰਠ ਵੀ ਰੇ ਜੀ ਨਿਲਜ ਲਾਜ ਤੋਹਿ ਨਾਹੀ, ਹਰ ਤਜ ਕਤ ਕਾਹੂ ਕੇ ਜਾਹੀ ਰਹਾਓ। ਕਹਿੰਦੇ ਹੇ ਜੀਵ, ਤੈਨੂੰ ਕਹਿੰਦੇ ਇਸ ਗੱਲ ਦਾ ਬਿਲਕੁਲ ਵੀ ਕਹਿੰਦੇ ਵੀ ਸ਼ਰਮ ਨਹੀਂ ਆਉਂਦੀ ਵੀ ਤੂੰ ਪਰਮਾਤਮਾ ਨੂੰ ਛੱਡ ਕੇ ਹੋਰ ਕਿਸੇ ਪਾਸੇ ਕਹਿੰਦੇ ਤੁਰੀ ਜਾ ਰਿਹਾ। ਕਿਸ ਪਾਸੇ ਨੂੰ ਜਾ ਰਿਹਾ? ਕਹਿੰਦੇ
ਵੀ ਪਰਮਾਤਮਾ ਨੂੰ ਛੱਡ ਕੇ ਹੋਰ ਕਿਹੜੀਆਂ ਪੂਜਾ 'ਚ ਲੱਗਿਆ ਹੋਇਆ, ਕਿਹੜੇ ਧਾਰਮਿਕ ਪਖੰਡਾਂ 'ਚ ਲੱਗਿਆ ਹੋਇਆ। ਜਾ ਕੋ ਠਾਕੁਰ ਊਚਾ ਹੋਈ, ਸੋ ਜਨ ਪਰ ਕਰ ਜਾਤ ਨ ਸੋਹੀ। ਕਹਿੰਦੇ ਜਿਹਦਾ ਪਰਮਾਤਮਾ ਸਭ ਤੋਂ ਉੱਚਾ, ਕਹਿੰਦੇ ਫਿਰ ਉਹ ਹੋਰ ਜਗ੍ਹਾ 'ਤੇ ਜਾ ਕੇ ਕਹਿੰਦੇ ਧਾਰਮਿਕ ਕੋਈ ਪੂਜਾ ਪਾਠ ਕਰੇ, ਹੋਰ ਕਰਮ ਕਾਂਡ ਕਰੇ, ਕਹਿੰਦੇ ਉਹ ਜੱਚਦਾ ਨਹੀਂ ਹੈ। ਸਭ ਤੋਂ ਉੱਚੇ ਨੂੰ ਛੱਡ ਕੇ ਛੋਟੀ ਜਗ੍ਹਾ 'ਤੇ ਕਿਉਂ ਕੋਈ ਜਾਊਗਾ, ਉਹ ਚੰਗਾ ਹੀ ਨਹੀਂ ਲੱਗਦਾ। ਸੋ ਸਾਹਿਬ ਰਿਹਾ ਭਰਪੂਰ, ਸਦਾ ਸੰਗ ਨਾਹੀ ਹਰ ਦੂਰ। ਕਹਿੰਦੇ ਉਹ ਪਰਮਾਤਮਾ ਮਾਲਕ ਤਾਂ ਹਰ ਇੱਕ ਜਗ੍ਹਾ 'ਤੇ ਹੈ, ਵਿਆਪਕ। ਕਹਿੰਦੇ ਸਾਡੇ ਸਦਾ ਸੰਗ ਰਹਿੰਦਾ, ਕਹਿੰਦੇ ਉਹਨੂੰ ਛੱਡ ਕੇ ਕਿਉਂ ਅਸੀਂ ਹੋਰ ਜਗ੍ਹਾ ਜਾਈਏ। ਕਵਲਾ ਚਰਨ ਸਰਨ ਹੈ ਜਾ ਕੇ, ਕਹੋ ਜਨ ਕਾ ਨਾਹੀ ਕਰ ਤਾਕੇ। ਕਹਿੰਦੇ ਉਹ ਪਰਮਾਤਮਾ ਮਾਇਆ ਵੀ ਕਹਿੰਦੇ ਜਿਹਦੇ ਚਰਨਾਂ ਦੀ ਦਾਸੀ ਆ, ਦੱਸ ਕਹਿੰਦੇ ਉਹਦੇ ਘਰ ਕਿਸ ਚੀਜ਼ ਦੀ ਕਮੀ ਆ ਜਿਹੜਾ ਤੂੰ ਉਹਦਾ ਨਾਂ ਨਹੀਂ ਲੈਂਦਾ। ਸਭ ਕੋਊ ਕਹੇ ਜਾਸ ਕੀ ਬਾਤਾ, ਸੋ ਸਮਰੱਥ ਨਿਜ ਪਤ ਹੈ ਦਾਤਾ। ਕਹਿੰਦੇ ਸਾਰੇ ਉਹਦੀ ਵਡਿਆਈ ਦੀਆਂ ਹੀ ਗੱਲਾਂ ਕਰਦੇ ਨੇ ਨਾ, ਪਰਮਾਤਮਾ ਦੇ ਗੁਣਾਂ ਦੀਆਂ। ਕਹਿੰਦੇ ਉਹੀ ਸਾਨੂੰ ਆਸਰਾ ਦੇਣ ਵਾਲਾ, ਸਾਡੀ ਇੱਜ਼ਤ ਢਕਣ ਵਾਲਾ ਹੈ, ਦਾਤਾਂ ਦੇਣ ਵਾਲਾ ਹੈ। ਕਹੇ ਕਬੀਰ ਪੂਰਨ ਜਗ ਸੋਈ, ਜਾ ਕੇ ਹਿਰਦੈ ਅਵਰ ਨਾ ਹੋਈ। ਕਬੀਰ ਜੀ ਕਹਿੰਦੇ ਨੇ ਸੰਸਾਰ ਦੇ ਵਿੱਚ ਉਹੀ ਸਫਲ ਹੈ, ਉਹੀ ਪੂਰਾ ਹੋਇਆ, ਮਤਲਬ ਪੂਰਾ ਪਹੁੰਚਿਆ ਹੋਇਆ ਜਿਹਦੇ ਹਿਰਦੇ ਵਿੱਚ ਪਰਮਾਤਮਾ ਨੂੰ ਛੱਡ ਕੇ ਹੋਰ ਕਿਸੇ ਦੂਜੇ ਦਾ ਪਿਆਰ ਨਹੀਂ ਹੈ। ਕੌਣ ਕਪੂਤ ਪਿਤਾ ਕੋ ਕਾਕੋ, ਕੌਣ ਮਰੈ ਕੋ ਦੇ ਸੰਤਾਪੋ। ਕਹਿੰਦੇ ਸੰਸਾਰ ਵਿੱਚ ਇਹ ਸਾਰੇ ਰਿਸ਼ਤੇ ਕਹਿੰਦੇ ਬਣੇ ਹੋਏ ਅਸਥਾਈ ਰਿਸ਼ਤੇ ਨੇ। ਕੌਣ ਕਹਿੰਦੇ ਕਿਹਦਾ ਪਿਓ, ਕੌਣ ਕਿਹਦਾ ਪੁੱਤ। ਇਹ ਤੇ ਕਹਿੰਦੇ ਵੀ ਕਿਹਦੇ ਮਰਨ ਦੇ ਨਾਲ ਕਿਹਨੂੰ ਦੁੱਖ ਹੋ ਰਿਹਾ। ਕਹਿੰਦੇ ਇਹ ਤੇ ਸਾਰੇ ਅਸਥਾਈ ਰਿਸ਼ਤੇ ਬਣੇ ਹੋਏ ਨੇ, ਇਹਨਾਂ ਨੂੰ ਸਥਾਈ ਨਾ ਸਮਝੋ, ਇਹਨਾਂ ਪਿੱਛੇ ਉਸ ਪਰਮਾਤਮਾ ਦਾ ਨਾਂ ਨਾ ਛੱਡੋ। ਹਰ ਠੱਗ ਜਗ ਕੋ ਠਗੌਰੀ ਲਾਈ, ਹਰ ਕੇ ਵਿਯੋਗ ਕੈਸੇ ਜੀਓ ਮੇਰੀ ਮਾਈ। ਰਹਾਓ। ਕਹਿੰਦੇ ਜਿਹੜਾ ਪਰਮਾਤਮਾ ਸਭ ਤੋਂ ਵੱਡਾ ਠੱਗ ਆ, ਕਹਿੰਦੇ ਉਹਨੇ ਇਹ ਸੰਸਾਰ ਦੇ ਵਿੱਚ ਠੱਗ ਬੂਟੀ ਮੋਹ ਵਾਲੀ ਲਾਈ ਹੋਈ ਆ। ਕਹਿੰਦੇ ਪਰ ਮਾਤਾ ਮੈਂ ਆਪਣੇ ਇਹ ਮਾਈ, ਕਹਿੰਦੇ ਮੈਂ ਉਸ ਪਰਮਾਤਮਾ ਦੇ ਵਿਛੋੜੇ ਤੋਂ ਬਿਨਾਂ, ਵਿਛੋੜੇ ਵਿੱਚ ਨਹੀਂ ਜੀ ਸਕਦਾ। ਮੈਨੂੰ ਤੇ ਉਹਦਾ ਹੀ ਮੋਹ ਸਤਾਉਂਦਾ, ਪਰਮਾਤਮਾ ਦਾ ਹੀ। ਕੌਣ ਕਪੁਰਖ ਕੌਣ ਕੀ ਨਾਰੀ, ਇਆ ਤਤ ਲਿਹੋ ਸਰੀਰ ਵਿਚਾਰੀ। ਕਹਿੰਦੇ ਕੌਣ ਪਤੀ ਤੇ ਕੌਣ ਉਹਦੀ ਪਤਨੀ, ਕੌਣ ਪਤਨੀ ਤੇ ਕੌਣ ਉਹਦਾ ਪਤੀ। ਕਹਿੰਦੇ ਇਹ ਸਾਰੇ ਜਿਹੜੇ ਰਿਸ਼ਤੇ ਨੇ ਇਹ ਵੀ ਕਹਿੰਦੇ ਅਸਥਾਈ ਨੇ। ਕਹਿੰਦੇ ਇਸ ਮਨੁੱਖਾ ਸਰੀਰ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਇਸ ਅਸਲੀਅਤ ਨੂੰ ਸਮਝ ਲਓ, ਇਹ ਸਾਰੇ ਅਸਥਾਈ ਰਿਸ਼ਤੇ ਨੇ, ਕੋਈ ਸਥਾਈ ਰਹਿਣ ਵਾਲਾ ਨਹੀਂ। ਸਥਾਈ ਰਿਸ਼ਤਾ ਹੈ ਸਿਰਫ ਪਰਮਾਤਮਾ ਨਾਲ ਪਿਆਰ ਦਾ। ਕਹੇ ਕਬੀਰ ਠੱਗ ਸਿਉ ਮਨ ਮਾਨਿਆ, ਗਈ ਠਗੌਰੀ ਠੱਗ ਪਹਿਚਾਨਿਆ। ਫਿਰ ਕਹਿੰਦੇ ਮੇਰਾ ਕਹਿੰਦੇ ਕਬੀਰ ਦਾ ਮਨ ਤਾਂ ਉਸ ਵੱਡੇ ਠੱਗ ਪਰਮਾਤਮਾ ਨਾਲ ਲੱਗ ਗਿਆ। ਕਹਿੰਦੇ ਹੁਣ ਕਹਿੰਦੇ ਜਿਹੜੀ ਉਹਨੇ ਠੱਗ ਬੂਟੀ ਮੋਹ ਦੀ ਦਿੱਤੀ ਸੀਗੀ, ਉਹ ਤਾਂ ਕਹਿੰਦੇ ਮੇਰੀ ਟੁੱਟ ਗਈ ਆ, ਭੱਜ ਗਈ ਆ, ਕਹਿੰਦੇ ਖਤਮ ਹੋ ਗਈ ਆ। ਮੇਰਾ ਤਾਂ ਕਹਿੰਦੇ ਹੁਣ ਜਿਹੜਾ ਠੱਗ ਆ ਜਿਹਨੇ ਲਾਈ ਸੀ ਠੱਗ ਬੂਟੀ ਮੋਹ ਵਾਲੀ, ਕਹਿੰਦੇ ਮੈਂ ਤਾਂ ਉਹਦੇ ਨਾਲ ਮੇਰੀ ਜਾਣ ਪਹਿਚਾਣ ਹੋ ਗਈ ਆ। ਅਬ ਮੋਕੋ ਪੈ ਰਾਜਾ ਰਾਮ ਸਹਾਈ, ਜਨਮ ਮਰਨ ਕਟ ਪਰਮ ਗਤ ਪਾਈ। ਰਹਾਓ। ਕਹਿੰਦੇ ਉਹ ਪਰਮਾਤਮਾ ਉਹ ਮੇਰਾ ਸਹਾਇਕ ਬਣ ਗਿਆ। ਕਹਿੰਦੇ ਉਹਨੇ ਕਹਿੰਦੇ ਮੇਰੇ ਜਨਮ ਮਰਨ ਦਾ ਚੱਕਰ ਵੀ ਕੱਟਤਾ ਅਤੇ ਮੈਨੂੰ ਸਭ ਤੋਂ ਉੱਚੀ ਕਹਿੰਦੇ ਪਰਮ ਪਦ ਦੀ ਅਵਸਥਾ ਦੇ ਉੱਤੇ ਪਹੁੰਚਾ ਦਿੱਤਾ। ਸਾਧੂ ਸੰਗਤ ਦਿਓ ਰਲਾਏ, ਪੰਚ ਦੂਤ ਤੇ ਲਿਓ ਛਡਾਏ। ਸਾਧੂ ਸੰਗਤ ਦਿਓ ਰਲਾਏ, ਪੰਚ ਦੂਤ ਤੇ ਲਿਓ ਛਡਾਏ। ਕਹਿੰਦੇ ਸਾਧਾਂ ਦੀ ਸੰਗਤ ਦੇ ਵਿੱਚ ਕਹਿੰਦੇ ਮੈਨੂੰ ਉਹਨੇ ਰਲਾ ਦਿੱਤਾ ਪਰਮਾਤਮਾ ਨੇ। ਅਤੇ ਉੱਥੇ ਕਹਿੰਦੇ ਜਿਹੜੇ ਪੰਜ ਵਿਕਾਰੀ ਸੀਗੇ,
ਕਾਮ ਕ੍ਰੋਧ ਲੋਭ ਮੋਹ ਹੰਕਾਰ, ਕਹਿੰਦੇ ਉਹਨਾਂ ਤੋਂ ਮੈਨੂੰ ਬਚਾ ਲਿਆ। ਅੰਮ੍ਰਿਤ ਨਾਮ ਜਪੋ ਜਪ ਰਸਨਾ, ਅਮੋਲ ਦਾਸ ਕਰ ਲੀਨੋ ਆਪਣਾ। ਕਹਿੰਦੇ ਫਿਰ ਉਹਨਾਂ ਦੀ ਸਾਧਾਂ ਦੀ ਸੰਗਤ ਦੇ ਵਿੱਚ ਵੀ ਕੀ ਕਰਦਾ, ਕਹਿੰਦੇ ਆਪਣੀ ਰਸਨਾ ਨਾਲ ਉਹਦਾ ਪਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਜਪਦਾ। ਕਹਿੰਦੇ ਫਿਰ ਪਰਮਾਤਮਾ ਨੇ ਮੈਨੂੰ, ਕਹਿੰਦੇ ਮੈਨੂੰ ਆਪਣਾ, ਕਹਿੰਦੇ ਬਿਨਾਂ ਦਾਮ ਤੋਂ, ਕਹਿੰਦੇ ਆਪਣਾ ਮੈਨੂੰ ਦਾਸ ਬਣਾ ਲਿਆ। ਸਤਿਗੁਰ ਕੀਨੋ ਪਰ ਉਪਕਾਰ, ਕਾਢ ਲੀਨ ਸਾਗਰ ਸੰਸਾਰ। ਕਹਿੰਦੇ ਸਤਿਗੁਰ ਨੇ ਮੇਰੇ ਤੇ ਪਰ ਉਪਕਾਰ ਕਰ ਦਿੱਤਾ, ਮੈਨੂੰ ਇਸ ਸੰਸਾਰ ਸਾਗਰ ਤੋਂ ਕੱਢ ਲਿਆ, ਕਹਿੰਦੇ ਭਵਜਲ ਤੋਂ ਬਚਾ ਲਿਆ। ਕਹਿੰਦੇ ਚਰਨ ਕਮਲ ਸਿਉ ਲਾਗੀ ਪ੍ਰੀਤ, ਗੋਬਿੰਦ ਬਸੈ ਨਿਤਾ ਨਿਤ ਚੀਤ। ਕਹਿੰਦੇ ਪਰਮਾਤਮਾ ਦੇ ਚਰਨ ਕਮਲਾਂ ਨਾਲ ਮੇਰੀ ਪ੍ਰੀਤ ਲੱਗ ਗਈ ਆ। ਕਹਿੰਦੇ ਮੇਰੇ ਹੁਣ ਚਿੱਤ ਦੇ ਵਿੱਚ ਸਦਾ ਹੀ, ਕਹਿੰਦੇ ਹਰ ਵਕਤ ਪਰਮਾਤਮਾ ਵਸਦਾ, ਉਹਦਾ ਨਾਂ ਵਸਦਾ। ਮਾਇਆ ਤਪਤ ਬੁਝਿਆ ਅੰਗਿਆਰ, ਮਨ ਸੰਤੋਖ ਨਾਮ ਆਧਾਰ। ਕਹਿੰਦੇ ਮਾਇਆ ਦਾ ਜਿਹੜਾ ਤ੍ਰਿਸ਼ਨਾ ਦਾ, ਕਹਿੰਦੇ ਚੰਗਿਆੜਾ ਸੀ ਮੇਰੇ ਅੰਦਰ, ਉਹ ਬੁਝ ਗਿਆ ਮਾਇਆ ਵੱਲੋਂ। ਕਹਿੰਦੇ ਮੈਨੂੰ ਹੁਣ ਸੰਤੋਖ ਆ ਗਿਆ, ਕਹਿੰਦੇ ਮੇਰਾ ਮਨ ਸੰਤੋਖਿਆ ਗਿਆ, ਮੇਰੇ ਮਨ ਨੂੰ ਨਾਮ ਦਾ ਆਸਰਾ ਹੋ ਗਿਆ। ਜਲ ਥਲ ਪੂਰ ਰਹੇ ਪ੍ਰਭ ਸੁਆਮੀ, ਜਤ ਪੇਖੋਂ ਤਤ ਅੰਤਰ ਜਾਮੀ। ਹੁਣ ਕਹਿੰਦੇ ਜਿੱਥੇ ਵੀ ਮੈਂ ਦੇਖਦਾ, ਮੈਨੂੰ ਉਹ ਅੰਤਰਜਾਮੀ ਪਰਮਾਤਮਾ ਜੋ ਸਭ ਦੇ ਅੰਦਰ ਦੀ ਜਾਣਦਾ, ਉਹੀ ਮੈਨੂੰ ਦਿਸਦਾ। ਕਹਿੰਦੇ ਉਹ ਧਰਤੀ 'ਚ, ਪਾਣੀ 'ਚ, ਹਰ ਇੱਕ ਜਗ੍ਹਾ 'ਤੇ ਉਹ ਪਰਮਾਤਮਾ ਹੀ ਪਸਰਿਆ ਹੋਇਆ। ਆਪਣੀ ਭਗਤ ਆਪ ਹੀ ਦਿਰੜਾਈ, ਪੂਰਬ ਲਿਖਤ ਮਿਲਿਆ ਮੇਰੇ ਪਾਈ। ਕਹਿੰਦੇ ਪਰਮਾਤਮਾ ਨੇ ਮੇਰੇ ਚਿੱਤ ਵਿੱਚ ਆਪਣੀ ਭਗਤੀ ਆਪ ਹੀ ਪੱਕੀ ਕਰ ਦਿੱਤੀ ਆ। ਕਹਿੰਦੇ ਹੇ ਮੇਰੇ ਭਾਈ, ਮੈਨੂੰ ਤਾਂ, ਕਹਿੰਦੇ ਮੇਰੇ ਪੂਰਵਲੇ ਕਰਮਾਂ ਦਾ ਲਿਖਿਆ ਹੋਇਆ ਇਹ ਚੰਗਾ ਸੰਸਕਾਰ ਮਿਲ ਗਿਆ, ਜੋ ਮੈਂ ਭਗਤੀ ਕਰਨ ਲੱਗ ਗਿਆ। ਜਿਸ ਕਿਰਪਾ ਕਰੇ ਤਿਸ ਪੂਰਨ ਸਾਜ, ਕਬੀਰ ਕੁਸਵਾਮੀ ਗਰੀਬ ਨਿਵਾਜ। ਕਹਿੰਦੇ ਜਿਹਦੇ ਉੱਪਰ ਪਰਮਾਤਮਾ ਕਿਰਪਾ ਕਰ ਦਿੰਦਾ, ਕਹਿੰਦੇ ਉਹਦਾ ਫਿਰ ਜੀਵਨ ਸੁਚੱਜਾ ਬਣਾ ਦਿੰਦਾ ਪਰਮਾਤਮਾ ਆਪ। ਉਹਦੀ ਜੀਵਨ ਦੀ ਰੀਤ ਜਿਹੜੀ ਆ ਅਸਲੀਅਤ ਵਾਲੀ ਬਣਾ ਦਿੰਦਾ। ਕਹਿੰਦੇ ਕਬੀਰ ਦਾ ਸਵਾਮੀ ਪਰਮਾਤਮਾ ਗਰੀਬਾਂ ਨੂੰ ਨਿਵਾਜਣ ਵਾਲਾ ਹੈ, ਆਸਰਾ ਦੇਣ ਵਾਲਾ ਹੈ, ਕਹਿੰਦੇ ਵਡਿਆਈਆਂ ਦੇਣ ਵਾਲਾ ਹੈ। ਜਲ ਹੈ ਸੂਤਕ, ਥਲ ਹੈ ਸੂਤਕ, ਸੂਤਕ ਓਪਤ ਹੋਈ। ਜਨਮੇ ਸੂਤਕ ਮੂਐ ਫੁਨ ਸੂਤਕ, ਸੂਤਕ ਪਰਜ ਬਿਗੋਈ। ਹਾਂਜੀ, ਇਹ ਸੂਤਕ ਦੇ ਬਾਰੇ ਇੱਕ ਜਗ੍ਹਾ 'ਤੇ ਗੁਰਬਾਣੀ 'ਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਆਉਂਦੀ ਆ। ਇਹ ਸੂਤਕ ਦਾ ਵਿਚਾਰ ਜਿੱਦਾਂ ਬ੍ਰਾਹਮਣਾਂ ਨੇ ਜ਼ਿਆਦਾ ਪਾਇਆ ਸੀਗਾ ਸਮਾਜ ਦੇ ਵਿੱਚ, ਕਿ ਬੱਚਾ ਹੋ ਗਿਆ ਫਿਰ ਘਰ ਪਵਿੱਤਰ ਹੋ ਗਿਆ, ਕਿਤੇ ਮੌਤ ਹੋ ਗਈ ਫਿਰ ਘਰ ਪਵਿੱਤਰ ਹੋ ਗਿਆ। 13 ਦਿਨ 15 ਦਿਨ ਜਦ ਤੱਕ ਕੋਈ ਤੁਸੀਂ ਕੋਈ ਪਾਠ ਪੂਜਾ ਨਹੀਂ ਕਰਾਉਂਦੇ, ਇਹ ਨਹੀਂ ਕਰਾਉਂਦੇ, ਉਹ ਨਹੀਂ ਕਰਾਉਂਦੇ, ਇੱਦਾਂ ਲੋਕਾਂ ਨੂੰ ਬੜਾ ਮਤਲਬ ਉਹਨਾਂ ਨੇ ਕਹਿੰਦੇ ਨਾ ਵੀ ਅਗਿਆਨਤਾ 'ਚ ਰੱਖਿਆ ਸੀ, ਉਹਦੀ ਗੱਲ ਕਰ ਰਹੇ ਨੇ। ਕਹਿੰਦੇ ਵੀ ਜਿਵੇਂ ਜੀਵ, ਕਹਿੰਦੇ ਸੂਤਕ ਦੇ ਵਿੱਚ ਹੀ ਮਰਦਾ, ਸੂਤਕ ਦੇ ਵਿੱਚ ਹੀ ਉਹਦਾ ਜਨਮ ਹੁੰਦਾ, ਅਤੇ ਜਲ ਵਿੱਚ ਵੀ ਸੂਤਕ ਆ, ਧਰਤੀ 'ਤੇ ਵੀ ਸੂਤਕ ਆ। ਸੂਤਕ ਤਾਂ ਕਹਿੰਦੇ ਹਰ ਇੱਕ ਜਗ੍ਹਾ 'ਤੇ ਹੀ ਆ, ਪਰ ਕਹਿੰਦੇ ਵੀ ਇਹ ਸੂਤਕ ਦੇ ਵਹਿਮ ਦੇ ਵਿੱਚ ਹੀ, ਕਹਿੰਦੇ ਜਿਹੜੇ ਬ੍ਰਾਹਮਣ ਸੀ ਉਹਨਾਂ ਨੇ, ਕਹਿੰਦੇ ਜਗਤ ਨੂੰ ਭਰਮਾਇਆ ਹੋਇਆ ਸੀ। ਕਹਿੰਦੇ ਸੂਤਕ ਤੇ ਹਰ ਇੱਕ ਜਗ੍ਹਾ 'ਤੇ ਹੀ ਆ। ਕਹੋ ਰੇ ਪੰਡਿਆ ਕੌਣ ਪਵੀਤਾ, ਐਸਾ ਗਿਆਨ ਜਪੋ ਮੇਰੇ ਮੀਤਾ ਰਹਾਓ। ਫਿਰ ਕਹਿੰਦੇ ਵੀ ਹੇ ਪੰਡਤ, ਦੱਸ ਵੀ ਤੁਸੀਂ ਹਰ ਇੱਕ ਜਗ੍ਹਾ 'ਤੇ ਸੂਤਕ ਦੀ ਗੱਲ ਕਰਦੇ ਹੋ, ਫਿਰ ਦੱਸੋ ਪਵਿੱਤਰ ਕੌਣ ਆ। ਕਹਿੰਦੇ ਵੀ ਉਹ ਹੇ ਮੇਰੇ ਮਿੱਤਰ, ਕਹਿੰਦੇ ਇਸ ਤਰ੍ਹਾਂ ਦਾ ਜਿਹੜੇ ਇਹ ਗੱਲ ਕਰਦੇ ਹੋ ਸੂਤਕ ਸੂਤਕ ਦੀ, ਇਹਨੂੰ ਛੱਡ ਕੇ ਪਰਮਾਤਮਾ ਦੇ ਗਿਆਨ ਦੀਆਂ ਗੱਲਾਂ ਕਰੋ। ਰਹਾਓ ਨੈਨੋ ਸੂਤਕ ਬੈਨੋ ਸੂਤਕ, ਸੂਤਕ ਸਰਵਨੀ ਹੋਈ। ਊਠਤ ਬੈਠਤ ਸੂਤਕ ਲਾਗੈ, ਸੂਤਕ ਪਰੈ ਰਸੋਈ।
ਫਿਰ ਕਹਿੰਦੇ ਜਿਵੇਂ ਤੁਸੀਂ ਸੂਤਕ ਦੀਆਂ ਗੱਲਾਂ ਕਰਦੇ ਹੋ ਇਸ ਤਰ੍ਹਾਂ ਤਾਂ ਕਹਿੰਦੇ ਉੱਠਦਿਆਂ ਬੈਠਦਿਆਂ ਕਈ ਤਰ੍ਹਾਂ ਦੇ ਜੀਵਾਂ ਦੀ ਜਿਨ੍ਹਾਂ ਨੂੰ ਅਸੀਂ ਦੇਖ ਨਹੀਂ ਸਕਦੇ ਅੱਖਾਂ ਦੇ ਨਾਲ, ਉਹ ਜੰਮਦੇ ਆ ਮਰਦੇ ਆ ਅਤੇ ਸਾਡੀਆਂ ਅੱਖਾਂ ਦੇ ਵਿੱਚ ਪਾਣੀ ਆ, ਸਾਡੇ ਜਿਸ ਤਰ੍ਹਾਂ ਹੈਗਾ ਵੀ ਕੰਨਾਂ ਦੇ ਨਾਲ ਮਤਲਬ ਅੱਖਾਂ ਦੇ ਦੇਖਣ ਸਮੇਂ ਵੀ ਸੂਤਕ ਹੋ ਗਿਆ, ਕੰਨਾਂ 'ਚ ਸੁਣਨ ਲੱਗੇ ਵੀ ਸੂਤਕ ਹੋ ਗਿਆ, ਕਹਿੰਦੇ ਮੂੰਹੋਂ ਬੋਲਣ ਲੱਗੇ ਵੀ ਇਸ ਤਰ੍ਹਾਂ ਤਾਂ ਕਹਿੰਦੇ ਬਸ ਫਿਰ ਸੂਤਕ ਹੀ ਆ ਹਰ ਜਗ੍ਹਾ 'ਤੇ ਜਿਸ ਹਿਸਾਬ ਨਾਲ ਤੁਸੀਂ ਕਹਿੰਦੇ ਹੋ। ਫਿਰ ਤਾਂ ਕਹਿੰਦੇ ਜਿਹੜੇ ਸੂਤਕ ਹੀ ਤੁਹਾਡੀ ਰਸੋਈ ਵਿੱਚ ਵੀ ਹੈਗਾ। ਫਿਰ ਕਹਿੰਦੇ ਫਾਸਨ ਕੀ ਬਿਦ ਸਭ ਕੋ ਜਾਣੈ, ਛੂਟਕ ਕੀ ਇੱਕ ਕੋਈ, ਕਹੇ ਕਬੀਰ ਰਾਮ ਹਿਰਦੈ ਵਿਚਾਰੈ, ਸੂਤਕ ਤਿਨੈ ਨ ਹੋਈ। ਕਹਿੰਦੇ ਇਸ ਤਰ੍ਹਾਂ ਸੂਤਕ ਦੀਆਂ ਗੱਲਾਂ ਕਰ ਕਰਕੇ ਦੁਨੀਆ ਨੂੰ ਭਰਮਾਉਣ ਦੇ ਤਾਂ ਸਾਰੇ ਹੀ ਨੇ। ਕਹਿੰਦੇ ਕੋਈ ਵਿਰਲਾ ਹੀ ਆ ਜਿਹੜਾ ਕਹਿੰਦੇ ਕੋਈ ਗਿਆਨ ਬਾਰੇ ਸੋਚ ਕੇ ਇਸ ਸੂਤਕ ਦੀ ਗੱਲ 'ਚੋਂ ਨਿਕਲਦਾ ਹੈ। ਕਬੀਰ ਜੀ ਕਹਿੰਦੇ ਨੇ ਜਿਹੜਾ ਕੋਈ ਜੀਵ ਪਰਮਾਤਮਾ ਦੇ ਨਾਮ ਨੂੰ ਹਿਰਦੇ 'ਚ ਵਸਾਉਂਦਾ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਸੂਤਕ ਨਹੀਂ ਲੱਗਦਾ ਹੈਗਾ। ਹੋਰ ਸਾਰੇ ਵਹਿਮ ਭਰਮ ਛੱਡ ਦਿਓ, ਇਕੱਲਾ ਉਹਦਾ ਨਾਮ ਜਪੋ, ਕੋਈ ਸੂਤਕ ਨਹੀਂ ਲੱਗਦਾ। ਗੌੜੀ ਝਗੜਾ ਏਕ ਨਿਬੇਰੋ ਰਾਮ, ਜੋ ਤੁਮ ਆਪਣੇ ਜਨ ਸੋ ਕਾਮ ਰਹਾਓ। ਕਹਿੰਦੇ ਹੇ ਪਰਮਾਤਮਾ ਜੀ, ਕਹਿੰਦੇ ਜੇ ਤੁਸੀਂ ਚਾਹੁੰਦੇ ਹੋ ਕਹਿੰਦੇ ਕਿ ਤੁਹਾਡਾ ਵੀ ਜਿਹੜਾ ਸੇਵਕ ਆ ਤੁਹਾਡੇ ਚਰਨਾਂ 'ਚ ਜੁੜਿਆ ਰਹੇ, ਕਹਿੰਦੇ ਮੇਰੇ ਕਹਿੰਦੇ ਮਨ 'ਚ ਇੱਕ ਝਗੜਾ ਚੱਲ ਰਿਹਾ ਵਿਚਾਰਾਂ ਦਾ, ਉਸ ਝਗੜੇ ਦਾ ਨਿਬੇੜਾ ਕਰ ਦਿਓ। ਇਹ ਮਨ ਵੱਡਾ ਕਿ ਜਾ 100 ਮਨ ਮਾਨਿਆ, ਕਹਿੰਦੇ ਇਹ ਜੀਵ ਦਾ ਮਨ ਵੱਡਾ ਕਿ ਜਿਹਦੇ ਵਿੱਚ ਮਨ ਪਤੀਜ ਗਿਆ ਪਰਮਾਤਮਾ ਉਹ ਵੱਡਾ। ਰਾਮ ਵੱਡਾ ਕਹਿ ਰਾਮੈ ਜਾਣਿਆ, ਕਹਿੰਦੇ ਪਰਮਾਤਮਾ ਵੱਡਾ ਕਿ ਜਾਂ ਜਿਹਨੇ ਪਰਮਾਤਮਾ ਨੂੰ ਜਾਣ ਲਿਆ ਉਹ ਵੱਡਾ। ਬ੍ਰਹਮਾ ਵੱਡਾ ਕਿ ਜਾਸ ਉਪਾਇਆ, ਕਹਿੰਦੇ ਬ੍ਰਹਮਾ ਜਿਹੜਾ ਦੇਵਤਾ ਉਹ ਵੱਡਾ ਕਿ ਜਾਂ ਜਿਹਨੇ ਬ੍ਰਹਮ ਦੇਵਤਾ ਨੂੰ ਪੈਦਾ ਕੀਤਾ ਉਹ ਵੱਡਾ। ਵੇਦ ਵੱਡਾ ਕਿ ਜਹਾਂ ਤੇ ਆਇਆ, ਕਹਿੰਦੇ ਵੇਦ ਵੱਡਾ ਕਿ ਜਾਂ ਉਹ ਗਿਆਨ ਜਿਹਦੇ ਕਰਕੇ ਇਹ ਵੇਦ ਲਿਖਿਆ ਗਿਆ। ਕਹੇ ਕਬੀਰ ਹੋ ਪਿਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ। ਕਬੀਰ ਜੀ ਕਹਿੰਦੇ ਇਹਨਾਂ ਵਿਚਾਰਾਂ ਦੇ ਨਾਲ ਮੇਰੇ ਮਨ ਦੇ ਵਿੱਚ ਤਿਆਗ ਆ ਗਿਆ। ਕਹਿੰਦੇ ਇਹ ਵੀ ਦੱਸੋ ਵੀ ਜਿਹੜਾ ਤੀਰਥ ਆ ਉਹ ਵੱਡਾ ਕਿ ਜਿਹਦੇ ਕਰਕੇ ਉਹ ਤੀਰਥ ਬਣਿਆ ਹਰੀ ਦਾ ਸੇਵਕ ਉਹ ਵੱਡਾ। ਕਹਿੰਦੇ ਇਹ ਸਾਰੀਆਂ ਗੱਲਾਂ ਮੈਨੂੰ ਦੱਸੋ ਪਰਮਾਤਮਾ ਜੀ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਅਨੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਸਤਿਗੁਰੂ ਜੀ। ਅੱਗੇ ਤੋਂ ਸਮੱਤ ਦੇਣੀ ਪਰਮੇਸ਼ਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।